ਹੈਲੋ ਸਟੂਡੈਂਟਸ। ਤਾਂ ਅੱਜ ਪੜਾਂਗੇ ਆਪਾਂ ਬੱਚੋ ਫਿਰੋਜ਼ ਸ਼ਾਹ ਤੁਗਲਕ ਦੇ ਸੁਧਾਰ ਰਿਫਾਰਮਸ ਆਫ ਫਿਰੋਜ਼ ਸ਼ਾਹ ਤੁਗਲਕ, ਜਿਹੜਾ ਕਿ ਤੁਗਲਕ ਵੰਸ਼ ਦਾ ਤੀਸਰਾ ਸੁਲਤਾਨ ਸੀ। ਦਿੱਲੀ ਸਲਤਨਤ ਆਪਾਂ ਪੜ੍ਹ ਚੁੱਕੇ ਹਾਂ, ਤੁਗਲਕ ਵੰਸ਼ ਵੀ ਆਪਾਂ ਪੜ੍ਹਿਆ ਹੈ। ਤਾਂ ਅੱਜ ਆਪਾਂ ਪੜਾਂਗੇ ਸੁਧਾਰ 1351 ਤੋਂ ਲੈ ਕੇ 1388 ਈਸਵੀ ਤੱਕ ਫਿਰੋਜ਼ ਸ਼ਾਹ ਤੁਗਲਕ ਨੇ ਜਿਹੜਾ ਦਿੱਲੀ ਦੇ ਵਿੱਚ ਤੁਗਲਕ ਵੰਸ਼ ਦੇ ਤੀਸਰੇ ਸੁਲਤਾਨ ਦੇ ਰੂਪ ਵਿੱਚ ਕੰਮ ਕੀਤਾ ਸੀ। ਔਰ ਇਸ ਨੇ ਕਿਹੜੇ-ਕਿਹੜੇ ਸੁਧਾਰ ਕੀਤੇ ਤਾਂ ਉਹਨਾਂ ਬਾਰੇ ਆਪਾਂ ਅੱਜ ਪੜਾਂਗੇ। ਤਾਂ ਉਸ ਟਾਈਮ ਉਲੇਮਾ ਦੀ ਸਹਾਇਤਾ ਨਾਲ ਇਹ ਜਿਹੜਾ ਦਿੱਲੀ ਦਾ ਸੁਲਤਾਨ ਬਣਿਆ, ਕਿਉਂਕਿ ਇਹ ਮੁਹੰਮਦ ਬਿਨ ਤੁਗਲਕ ਦਾ ਕੀ ਸੀ, ਚਚੇਰਾ ਭਰਾ ਸੀ। ਕਜ਼ਨ ਸੀ ਮੁਹੰਮਦ ਬਿਨ ਤੁਗਲਕ ਦਾ। ਉਸ ਦੀ ਮੌਤ ਤੋਂ ਬਾਅਦ ਦਿੱਲੀ ਦੇ ਵਿੱਚ ਪਹਿਲੀ ਵਾਰੀ ਦਿੱਲੀ ਸਲਤਨਤ ਦੇ ਵਿੱਚ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਕੋਈ ਵੀ ਗੱਦੀ ਦਾ ਵਾਰਸ ਬਣਨ ਨੂੰ ਤਿਆਰ ਨਹੀਂ ਸੀ। ਪਰ ਉਲੇਮਾ ਦੇ ਕਹਿਣ 'ਤੇ, ਉਲੇਮਾ ਦੀ ਸਹਾਇਤਾ ਨਾਲ, ਜਿਹੜੇ ਕਿ ਉਸ ਟਾਈਮ ਜਿਹੜੇ ਰਾਜਿਆਂ ਦੇ ਨਾਲ ਇੱਕ ਬਹੁਤ ਵੱਡੇ ਜਿਹੜੇ ਲੀਡਰ ਹੁੰਦੇ ਸੀ, ਮੁਸਲਿਮ ਲੀਡਰ ਸੀ, ਧਾਰਮਿਕ ਲੀਡਰ ਸੀ, ਤਾਂ ਉਹਨਾਂ ਦੇ ਕਹਿਣ 'ਤੇ ਜਿਹੜਾ ਫਿਰੋਜ਼ ਸ਼ਾਹ ਤੁਗਲਕ ਨੇ ਦਿੱਲੀ ਦਾ ਸੁਲਤਾਨ ਬਣਨਾ ਸਵੀਕਾਰ ਕਰ ਲਿਆ। ਔਰ ਇਸ ਦਾ ਮਲਿਕ ਮਕਬੂਲ ਉਸ ਟਾਈਮ ਇਸ ਦਾ ਕੌਣ ਸੀ, ਕਮਾਂਡਰ ਸੀ, ਮਲਿਕ ਮਕਬੂਲ। ਹਾਂਜੀ, ਬੜਾ ਇੰਪੋਰਟੈਂਟ ਨਾਮ ਹੈ। ਫਿਰੋਜ਼ ਸ਼ਾਹ ਤੁਗਲਕ ਦਾ ਕਮਾਂਡਰ ਕੌਣ ਸੀ, ਮਲਿਕ ਮਕਬੂਲ ਉਸ ਟਾਈਮ, ਜਿਸਨੂੰ ਇਹ ਕਹਿੰਦਾ ਸੀ ਖਾਨੇ ਜਹਾਂ, ਯਾਨੀ ਕਿ ਟਰੂ ਰੂਲਰ। ਮਲਿਕ ਮਕਬੂਲ ਜਿਹੜਾ ਕਿ ਫਿਰੋਜ਼ ਸ਼ਾਹ ਤੁਗਲਕ ਦਾ ਕਮਾਂਡਰ ਸੀ ਉਸ ਟਾਈਮ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਬੱਚੋ, ਮਲਿਕ ਕਾਫੂਰ ਇਹ ਕਿਸ ਦਾ ਕਮਾਂਡਰ ਸੀ? ਕਾਫੂਰ, ਮਲਿਕ ਕਾਫੂਰ ਦਿੱਲੀ ਸਲਤਨਤ ਦੇ ਕਿਹੜੇ ਸੁਲਤਾਨ ਦਾ ਇਹ ਜਰਨੈਲ ਸੀ, ਕਮਾਂਡਰ ਸੀ? ਤਾਂ ਮਲਿਕ ਮਕਬੂਲ, ਜਿਸਨੂੰ ਇਹ ਖਾਨੇ ਜਹਾਂ ਕਹਿੰਦਾ ਸੀ, ਟਰੂ ਰੂਲਰ। ਤਾਂ ਫਿਰੋਜ਼ ਸ਼ਾਹ ਦੇ ਦਿੱਲੀ ਨੂੰ ਛੱਡਣ ਤੋਂ ਬਾਅਦ ਜਦੋਂ ਵੀ ਉਹ ਕਿਸੇ ਵਿਕਟਰੀ ਲਈ ਜਾਂਦਾ ਸੀ, ਕਿਸੇ ਹਮਲਾ ਕਰਦਾ ਸੀ ਕਿਸੇ ਰਾਜ ਦੇ ਉੱਪਰ, ਕਿਸੇ ਜਗ੍ਹਾ ਉੱਪਰ, ਤਾਂ ਉਸ ਦੇ ਬਾਅਦ ਇਹ ਸੰਭਾਲਦਾ ਸੀ ਰਿਆਸਤ ਨੂੰ ਕੌਣ? ਮਲਿਕ ਮਕਬੂਲ, ਜਿਹੜਾ ਦਾ ਕਮਾਂਡਰ ਸੀ। ਉਲੇਮਾਸ ਦੀ ਕਹਿਣ 'ਤੇ, ਉਲੇਮਾ ਦੀ ਸਹਾਇਤਾ ਦੇ ਨਾਲ ਇਹ ਜਿਹੜਾ ਦਿੱਲੀ ਦਾ ਸੁਲਤਾਨ ਬਣਿਆ, ਕਿਉਂਕਿ ਇਹ ਚਚੇਰਾ ਭਰਾ ਸੀ ਮੁਹੰਮਦ ਬਿਨ ਤੁਗਲਕ ਦਾ। ਉਸ ਦੀ ਮੌਤ ਤੋਂ ਬਾਅਦ ਦਿੱਲੀ ਦੇ ਵਿੱਚ ਅਜਿਹੀ ਸਥਿਤੀ ਪੈਦਾ ਹੋ ਗਈ ਵੀ ਕੋਈ ਵੀ ਜਿਹੜਾ ਹੈ ਉਹ ਦਿੱਲੀ ਦਾ ਸੁਲਤਾਨ ਜਿਹੜਾ ਨਹੀਂ ਬਣਨਾ ਚਾਹੁੰਦਾ ਸੀ। ਤਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ, ਇਸ ਦੇ ਉੱਪਰ ਇਹ ਬਹੁਤ ਜ਼ਿਆਦਾ ਭਰੋਸਾ ਕਰਦਾ ਸੀ ਮਲਿਕ ਮਕਬੂਲ ਦੇ ਉੱਪਰ। ਔਰ ਇਸ ਨੂੰ ਜਿਹੜਾ ਇਸ ਨੇ ਇਸਲਾਮ ਧਰਮ ਕਬੂਲ ਕਰਵਾਇਆ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਤਾਂ ਇਸ ਨੇ ਜਿਹੜੇ ਸੁਧਾਰ ਕੀਤੇ, ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕਤਾ ਸਿਸਟਮ। ਤਾਂ ਇਕਤਾ ਸਿਸਟਮ ਨੂੰ ਜਿਹੜਾ ਇਸ ਨੇ ਹੈਰੀਡਿਟਰੀ ਕਰਤਾ, ਯਾਨੀ ਕਿ ਖਾਨਦਾਨੀ ਵੰਸ਼ਾਨੁਗਤ, ਮਤਲਬ ਜਿਹੜੀ ਚੱਲੇਗੀ ਜਿਵੇਂ ਜਿਵੇਂ ਅੱਗੇ ਸਿਸਟਮ ਆਏਗਾ ਤਾਂ ਉਸਨੂੰ ਹੈਰੀਡਿਟੀ ਬਣਾਤਾ, ਵੰਸ਼ਾਗੁਣਤ ਬਣਾਤਾ। ਇਕਤਾ ਸਿਸਟਮ ਨੂੰ ਮੇਡ ਇਕਤਾ ਸਿਸਟਮ ਹੈਰੀਡਿਟਰੀ। ਤਾਂ ਇਕਤਾ ਸਿਸਟਮ ਚਲਾਇਆ ਕਿਸਨੇ ਸੀ? ਆਪਾਂ ਨੂੰ ਪਤਾ ਹੈ, ਆਪਾਂ ਪੜ੍ਹਿਆ ਹੋਇਆ ਇਲਤੁਤਮਿਸ਼ ਨੇ। ਔਰ ਇਕਤਾ ਸਿਸਟਮ ਨੂੰ ਖਤਮ ਕਿਹਨੇ ਕੀਤਾ ਸੀ? ਅਲਾਉਦੀਨ ਖਿਲਜੀ ਨੇ। ਹਾਂਜੀ, ਤਾਂ ਇਕਤਾ ਸਿਸਟਮ ਚਲਾਇਆ ਕਿਸਨੇ ਸੀ ਦਿੱਲੀ ਸਲਤਨਤ ਦੇ ਟਾਈਮ? ਉਹ ਚਲਾਇਆ ਸੀ ਇਲਤੁਤਮਿਸ਼ ਨੇ। ਔਰ ਅਲਾਉਦੀਨ ਖਿਲਜੀ ਨੇ ਜਿਹੜਾ ਇਸ ਨੂੰ ਕਰਤਾ ਸੀ ਖਤਮ ਬਿਲਕੁਲ। ਔਰ ਹੈਰੀਡਿਟਰੀ ਕਿਸਨੇ ਬਣਾਇਆ ਸੀ? ਤਾਂ ਫਿਰੋਜ਼ ਸ਼ਾਹ ਤੁਗਲਕ ਨੇ। ਇਹ 3 ਕੁਐਸਚਨ ਇਕਤਾ ਦੇ ਨਾਲ ਤੁਸੀਂ ਯਾਦ ਰੱਖਣੇ ਆ। ਇਕਤਾ ਸਿਸਟਮ ਨੂੰ ਹੈਰੀਡਿਟਰੀ, ਖਾਨਦਾਨੀ, ਵੰਸ਼ਾਨੁਗਤ ਕਿਸਨੇ ਬਣਾਇਆ ਸੀ? ਤਾਂ ਇਹ ਬਣਾਇਆ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਸ਼ੁਰੂ ਕੀਤਾ ਸੀ ਇਲਤੁਤਮਿਸ਼ ਨੇ, ਖਤਮ ਕੀਤਾ ਸੀ ਅਲਾਉਦੀਨ ਖਿਲਜੀ ਨੇ। ਇਸ ਤੋਂ ਬਾਅਦ ਗੱਲ ਕਰਦੇ ਆ ਬੱਚੋ ਫਿਰੋਜ਼ ਸ਼ਾਹ ਤੁਗਲਕ ਦੇ ਜਿਹੜੇ ਸੁਧਾਰ ਸੀ, ਰਿਫਾਰਮ ਸੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਰੈਵਨਿਊ ਸਿਸਟਮ, ਯਾਨੀ ਕਿ ਮਾਲੀਏ ਦੀ। ਤਾਂ ਇਸ ਨੇ ਲਗਭਗ 21 ਤਰ੍ਹਾਂ ਦੇ ਜਿਹੜੇ ਟੈਕਸ ਨੇ, ਕਰ ਨੇ, ਉਹ ਕੀ ਕਰਤੇ ਸੀ,
खत्म कर दिते सी और 4 मेन कर सी जजिया जिहड़ा कि हिंदू ब्राह्मणों के उपर भी लगाया गया पहली बारी। फर्स्ट टाइम तो यह दिल्ली का पहला सुल्तान सी फिरोज शाह तुगलक जिसने कि ब्राह्मणों के उपर भी जजिया लगाया। एक तरह का की सी धार्मिक कर सी जिहड़ा कि हिंदू ब्राह्मणों के उपर भी लगाया गया पर वोमेन्स एंड चिल्ड्रनस तो इन्हों छूट सी जजिया कर दे उपर। उस तो बाद अगले टैक्स की गल करिए तो वह सी जकात, खम्मस, खराज। जकात जिहड़ा वो 2.5% सी 2.5% सी किस दे उपर जायदाद के उपर। किन्ना दी जायदाद के उपर मुसलमाना दी। तो यह सिर्फ मुसलमाना तो लिया जाता सी जकात कर जिहड़ा कि 2.5% सी प्रॉपर्टी का। जिहड़ी भी जायदाद मुसलमान खरीदते सी तो उसका 2.5% जिहड़ा वो देना पैंदा सी किसनूं सल्तनत नूं। खम्मस ये हुंदा सी लुट दे माल ते यानी कि जंग दे विचों जिहड़ा भी माल लुटिया तो उसका माल का 5वां हिस्सा यानी कि 1/5 तो यह सल्तनत दे विच जमा कराना पैंदा सी। खराज ये जमीनी कर सी उपज का 1/10वां हिस्सा। हाँ जी तो ये 4 मेन कर सी फिरोज शाह तुगलक के टाइम। जजिया जिहड़ा कि ब्राह्मणों के उपर पहली बार लगाया गया। बड़ा इंपोर्टेंट क्वेश्चन है दिल्ली सल्तनत के किहड़े सुल्तान ने पहली बारी ब्राह्मणों के उपर भी जजिया लगाया सी। वोमेन्स ते चिल्ड्रन नूं छूट सी इस तो एक धार्मिक कर सी तो यह लगाया सी फिरोज शाह तुगलक ने। जकात जिहड़ा कि मुसलमाना तो लिया जाता सी उन्हां दी प्रॉपर्टी का 2.5%। खम्मस जो लुट जंग दे विच जो माल लुटिया तो उसका 5वां हिस्सा जिहड़ा सल्तनत नूं जमा कराना पैंदा सी। खराज खराज जमीनी कर उपज का 1/10 और उस तो इलावा एक कर होर सी उस दे टाइम दे विच उशरा। ये सिर्फ लिया जाता सी किन्ना तो मुसलमाना तो। यह भी की सी एक तरह का जमीनी कर सी जमीनी टैक्स लैंड टैक्स। तो यह सिर्फ लिया जाता सी मुसलमाना तो उशरा। 4 तो मेन है सी शरीयत के अकॉर्डिंग तो 5वां भी देखने को मिले उस टाइम के उशरा जिहड़ा कि एक तरह का लैंड टैक्स सी किन्ना तो लिया जाता सिर्फ तो सिर्फ मुसलमाना तो। और इसने इस तो इलावा राज की मालीए के लिए राज दे मालीए का सर्वेखण करन लई किसनूं नियुक्त किया सी ख्वाजा हिमासुद्दीन। तो ख्वाजा हिमासुद्दीन तो इसनूं नियुक्त किया गया सी राज की मालीए का सर्वेखण करने वास्ते। ये भी बड़ा इंपोर्टेंट क्वेश्चन है। ख्वाजा हिमासुद्दीन नूं नियुक्त किया गया सी राज की मालीए का सर्वेखण करने वास्ते भी कित्थों जिहड़ा मालीआ वो वध सकता है और कित्थे जिहड़ा मालीआ लोगों के उपर नजायज़ लग्या होया है। तो इस तरह का एक सिस्टम अकबर ने शुरू किया सी। तो तुसीं मैनूं दसना है उसने मालीए के लिए किस व्यक्ति की जिहड़ी है नियुक्ति की सी। आपां उसके बारे भी पढ़िया होया है तो तुसीं मैनूं कमेंट बॉक्स में दसना है अकबर ने राज के मालीए का सर्वेखण करने वास्ते लैंड का सर्वेखण करने वास्ते किस व्यक्ति की नियुक्ति की सी। आओ अगे पढ़ते हैं। इस तो बाद अगले सुधार है ने इसके एग्रेरियन रिफॉर्म्स यानी कि खेतीबाड़ी नाल संबंधित जिहड़े रिफॉर्म्स किए इसने
ਐਗਰੇਰੀਅਨ ਰਿਫਾਰਮਸ, ਖੇਤੀ ਸੰਬੰਧੀ ਜਿਹੜੇ ਸੁਧਾਰ ਸੀ ਤਾਂ ਉਹ ਕਿਹੜੇ ਕਿਹੜੇ ਸੀ? ਇਸਨੇ ਇੱਕ ਤਾਂ 5 ਮੇਨ ਨਹਿਰਾਂ ਦੀ ਜਿਹੜੀ ਉਹ ਕੀ ਕਰਵਾਈ, ਖੁਦਾਈ ਕਰਵਾਈ। ਯਮੁਨਾ ਨੂੰ ਹਿਸਾਰ ਨਾਲ ਜੋੜਨ ਵਾਲੀ ਨਹਿਰ। ਪ੍ਰਮੁੱਖ ਨਹਿਰਾਂ ਦੇ ਵਿੱਚੋਂ ਗੱਲ ਕਰੀਏ, ਸਤਲੁਜ ਤੋਂ ਘੱਗਰ ਤੱਕ। ਔਰ ਜਿਹੜੇ ਵੀ ਕਿਸਾਨ ਕਿਸਾਨਾਂ ਤੋਂ ਜਿਹੜੇ ਨਹਿਰਾਂ ਦੀ ਨਾਲ ਸਿੰਚਾਈ ਕਰਦੇ ਸੀ, ਸਿੰਚਾਈ ਕਰ ਲਿਆ ਜਾਂਦਾ ਸੀ ਆਮਦਨ ਦਾ, ਉਪਜ ਦਾ 10%, ਜਿਸ ਨੂੰ ਕਿਹਾ ਜਾਂਦਾ ਸੀ ਹੱਕ ਏ ਸ਼ਰਬ। ਹਾਂਜੀ, ਤਾਂ ਜਿਹੜਾ ਸਿੰਚਾਈ ਟੈਕਸ ਲਿਆ ਜਾਂਦਾ ਸੀ ਕਿਸਾਨਾਂ ਤੋਂ, ਉਸ ਟਾਈਮ 5 ਮੇਨ ਨਹਿਰਾਂ ਦੀ ਇਸਨੇ ਖੁਦਵਾਈ ਕਰਾਈ। ਤਾਂ ਫਾਦਰ ਆਫ ਇਸ ਨੂੰ ਕਨਾਲਸ ਵੀ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ। ਉਸ ਟਾਈਮ ਦਿੱਲੀ ਸਲਤਨਤ ਦੀ ਗੱਲ ਕਰੀਏ ਤਾਂ ਸਤਲੁਜ ਤੋਂ ਘੱਗਰ ਤੱਕ ਨਹਿਰ, ਯਮੁਨਾ ਨੂੰ ਹਿਸਾਰ ਸ਼ਹਿਰ ਨਾਲ ਜੋੜਨ ਵਾਲੀ ਨਹਿਰ। ਔਰ ਕਿਸਾਨ ਜਿਹੜੇ ਕਿ ਨਹਿਰਾਂ ਨਾਲ ਸਿੰਚਾਈ ਕਰਦੇ ਸੀ, ਉਹਨਾਂ ਤੋਂ ਸਿੰਚਾਈ ਟੈਕਸ ਲੈਂਦਾ ਸੀ ਉਪਜ ਦਾ 10%, ਔਰ ਉਸ ਨੂੰ ਕਿਹਾ ਜਾਂਦਾ ਸੀ ਹੱਕੇ ਸ਼ਰਬ। ਉਸ ਟੈਕਸ ਦਾ ਨਾਮ ਸੀ ਹੱਕੇ ਸ਼ਰਬ। ਇਸ ਤੋਂ ਬਾਅਦ ਧਾਰਮਿਕ ਜਿਹੜੇ ਪਾਲਿਸੀ ਇਸਨੇ ਅਪਣਾਈ, ਰਿਲੀਜੀਅਸ ਧਾਰਮਿਕ ਨੀਤੀ ਦੀ ਗੱਲ ਕਰੀਏ ਇਸ ਦੀ, ਤਾਂ ਕਿਉਂਕਿ ਇਹ ਇੱਕ ਹੈਗਾ ਸੀ ਫਿਰੋਜ਼ ਸ਼ਾਹ ਤੁਗਲਕ, ਹਿੰਦੂ ਮਾਂ ਦਾ ਜਿਹੜਾ ਇਹ ਪੁੱਤਰ ਸੀ, ਬਟ ਇਹ ਹਿੰਦੂਆਂ ਦਾ ਬਹੁਤ ਜ਼ਿਆਦਾ ਕੀ ਸੀ, ਵਿਰੋਧੀ ਸੀ। ਔਰ ਇਸ ਦੀ ਜਿਹੜੀ ਰਿਲੀਜੀਅਸ ਨੀਤੀ ਹੈ ਬੜੀ ਹੀ ਰੂੜੀਵਾਦੀ ਸੀ, ਆਰਥੋਡਾਕਸ ਸੀ। ਇਸਨੇ ਹਿੰਦੂ ਮੰਦਰਾਂ ਨੂੰ, ਜਿਵੇਂ ਕਿ ਪੁਰੀ ਦਾ ਜਗਨਨਾਥ ਮੰਦਿਰ, ਅਤੇ ਕਾਂਗੜਾ ਦਾ ਜਵਾਲਾਮੁਖੀ ਮੰਦਰ, ਹਾਂਜੀ, ਤਾਂ ਧਾਰਮਿਕ ਨੀਤੀ ਦੀ ਗੱਲ ਕਰੀਏ ਤਾਂ ਇਹ ਇੱਕ ਹਿੰਦੂ ਮਾਂ ਦਾ ਪੁੱਤਰ ਸੀ, ਪਰ ਇਹ ਆਪਣੇ ਆਪ ਨੂੰ ਇੱਕ ਸੱਚਾ ਮੁਸਲਮਾਨ ਹੀ ਕਹਿੰਦਾ ਸੀ, ਸਮਝਦਾ ਸੀ। ਆਰਥੋਡਾਕਸੀ ਇਸ ਦੀ ਪਾਲਿਸੀ ਜਿਹੜੀ ਸੀ, ਰਿਲੀਜੀਅਸ ਪਾਲਿਸੀ ਸੀ, ਬੜੀ ਹੀ ਰੂੜੀਵਾਦੀ ਸੀ, ਆਰਥੋਡਾਕਸੀ। ਇਸਨੇ ਕਈ ਹਿੰਦੂ ਮੰਦਰਾਂ ਨੂੰ ਜਿਹੜਾ ਢਾਹ ਦਿੱਤਾ ਸੀ। ਭਾਰਤ ਦੇ ਵਿੱਚ ਹਿੰਦੂ ਜਿਹੜਾ ਸਾਹਿਤ ਸੀ ਉਸ ਨੂੰ ਇਸਨੇ ਨਸ਼ਟ ਕਰਵਾਤਾ ਸੀ। ਤਾਂ ਪੁਰੀ ਦਾ ਜਗਨਨਾਥ ਮੰਦਿਰ ਅਤੇ ਕਾਂਗੜਾ ਦਾ ਜਵਾਲਾਮੁਖੀ ਮੰਦਿਰ ਵੀ ਜਿਹੜਾ ਉਹ ਨਸ਼ਟ ਕਿਸਨੇ ਕਰਾਇਆ ਸੀ? ਤਾਂ ਉਹ ਸੀ ਫਿਰੋਜ਼ ਸ਼ਾਹ ਤੁਗਲਕ। ਹਾਂਜੀ, ਤਾਂ ਉਸ ਤੋਂ ਬਾਅਦ ਇਸ ਦੇ ਬਾਰੇ ਕੁਝ ਅਦਰ ਫੈਕਟਸ ਨੇ, ਤਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਅਦਰ ਫੈਕਟਸ ਦੇ ਵਿੱਚ ਕੀ ਹੈ? ਇੱਕ ਤਾਂ ਇਸਨੇ ਲਗਭਗ 300 ਨਗਰ ਜਿਹੜੇ ਇਸਨੇ ਵਸਾਏ ਸੀ, ਜਿਨ੍ਹਾਂ ਚੋਂ ਆਪਾਂ ਕਹਿ ਸਕਦੇ ਹਾਂ ਫਿਰੋਜ਼ਾਬਾਦ, ਫਤਿਆਬਾਦ, ਹਿਸਾਰ, ਔਰ ਸਭ ਤੋਂ ਪ੍ਰਮੁੱਖ ਸੀ ਜੌਨਪੁਰ, ਜਿਹੜਾ ਕਿ ਇਸਨੇ ਮੁਹੰਮਦ ਬਿਨ ਤੁਗਲਕ ਦੀ ਯਾਦ 'ਚ ਵਸਾਇਆ ਸੀ। ਜੌਨਪੁਰ ਜਿਹੜਾ ਨਗਰ ਹੈ ਇਸਨੇ ਆਪਣੇ ਕਜ਼ਨ, ਆਪਣੇ ਚਚੇਰੇ ਭਰਾ ਮੁਹੰਮਦ ਬਿਨ ਤੁਗਲਕ ਦੀ ਯਾਦ 'ਚ ਵਸਾਇਆ ਸੀ। ਫਿਰੋਜ਼ਾਬਾਦ, ਫਤਿਆਬਾਦ, ਹਿਸਾਰ, ਦਿੱਲੀ ਦਾ ਫਿਰੋਜ਼ ਸ਼ਾਹ ਕੋਟਲਾ ਮੈਦਾਨ, ਤਾਂ ਇਹ ਵੀ ਸਾਰੇ ਕਿਸਨੇ ਵਸਾਏ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਔਰ
ਅਸ਼ੋਕ ਦੇ ਦੋ ਪਿੱਲਰ, ਅਸ਼ੋਕਸ ਜਿਹੜੇ ਪਿੱਲਰ ਸੀ ਟੋਪਰਾ ਅਤੇ ਮੇਰਠ ਤਾਂ ਵਾਲੇ, ਇਹਨਾਂ ਨੂੰ ਕਿੱਥੇ ਸ਼ਿਫਟ ਕਰਾਇਆ ਸੀ? ਦਿੱਲੀ ਸ਼ਿਫਟ ਕਰਾਇਆ। ਕੁਤਬ ਮੀਨਾਰ ਦੀ ਰਿਪੇਅਰ ਕਰਵਾਈ। 2 ਸਿੱਕੇ ਇਸਨੇ ਚਲਾਏ ਸੀ, ਅੱਧਾ यानी कि जीतल दा 50% और बिक जीतल दा 25%। हाँ जी, 2 सिक्के चलाए सी, अद्धा ते बिक। अद्धा मतलब हाफ, जीतल दा 50%, बिक मतलब जीतल दा 25%। 300 ਦੇ ਲਗਭਗ ਨਗਰ ਇਸਨੇ ਵਸਾਏ ਸੀ। ਜੌਨਪੁਰ ਆਪਣੇ ਕਜ਼ਨ ਦੀ ਯਾਦ ਵਿੱਚ, ਫਤਿਆਬਾਦ, ਫਿਰੋਜ਼ਾਬਾਦ, ਹਿਸਾਰ, ਫਿਰੋਜ਼ ਸ਼ਾਹ ਕੋਟਲਾ, ਦਿੱਲੀ, ਤਾਂ ਇਹ ਸਾਰੇ ਨਗਰ ਕਿਸਨੇ ਵਸਾਏ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਅਸ਼ੋਕਾ ਦੇ 2 ਪਿੱਲਰ ਮੇਰਠ ਅਤੇ ਟੋਪਰਾ ਵਾਲੇ, ਇਹਨਾਂ ਨੂੰ ਕਿੱਥੇ ਸ਼ਿਫਟ ਕਰਾਇਆ ਨੇ? ਦਿੱਲੀ ਸ਼ਿਫਟ ਕਰਾਇਆ। ਕੁਤਬ ਮੀਨਾਰ ਦੀ ਰਿਪੇਅਰ ਕਰਾਈ। 2 ਸਿੱਕੇ, ਅੱਧਾ ਅਤੇ ਬਿਕ ਚਲਾਏ ਸੀ। ਉਸ ਤੋਂ ਇਲਾਵਾ ਅਗਰ ਗੱਲ ਕਰੀਏ ਇਸਨੇ ਦੀਵਾਨੇ ਬੰਦਗਾਨ, ਜਿਹੜਾ ਕਿ ਇੱਕ ਤਰ੍ਹਾਂ ਦਾ ਦਾਸ ਵਿਭਾਗ ਸੀ, ਉਸ ਦੀ ਸਥਾਪਨਾ ਕੀਤੀ। ਲਗਭਗ 1,80,000 ਦਾਸ ਸੀ ਇਸ ਦੇ ਟਾਈਮ ਦੇ ਵਿੱਚ। ਸਭ ਤੋਂ ਵੱਧ ਦੀਵਾਨੇ ਖੈਰਾਤ ਦਾਰੁਲ ਸ਼ਫਾ, ਇਹ ਦਾਨ ਵਿਭਾਗ ਸੀ, ਯਾਨੀ ਕਿ ਗਰੀਬ ਇਹ ਇੱਕ ਤਰ੍ਹਾਂ ਦਾ ਕੀ ਸੀ? ਹਸਪਤਾਲ। ਦੀਵਾਨੇ ਬੰਦਗਾਨ, ਬੰਦਗਾਨ ਬੰਦੇ, ਬੰਦ, ਠੀਕ ਹੈ, ਦਾਸ ਵਿਭਾਗ ਸੀ, ਗੁਲਾਮਾਂ ਦਾ ਵਿਭਾਗ ਸੀ। ਇਸ ਦੇ ਟਾਈਮ ਦੇ ਵਿੱਚ ਲਗਭਗ 1,80,000 ਦਾਸ ਸੀ। ਔਰ ਸਭ ਤੋਂ ਵੱਧ ਸੰਖਿਆ ਦਿੱਲੀ ਸਲਤਨਤ ਦੇ ਟਾਈਮ ਕਿਸ ਸੁਲਤਾਨ ਦੇ ਟਾਈਮ ਸੀ ਦਾਸਾਂ ਦੀ? ਤਾਂ ਉਹ ਸੀ ਫਿਰੋਜ਼ ਸ਼ਾਹ ਤੁਗਲਕ। ਦੀਵਾਨੇ ਖੈਰਾਤ, ਦਾਨ ਵਿਭਾਗ, ਯਾਨੀ ਕਿ ਗਰੀਬ ਲੜਕੀਆਂ ਦੀ ਸ਼ਾਦੀ ਦੇ ਲਈ, ਵਿਆਹ ਸ਼ਾਦੀ ਦੇ ਲਈ ਇਸਨੇ ਇੱਕ ਵਿਭਾਗ ਬਣਵਾਇਆ ਸੀ, ਦੀਵਾਨੇ ਖੈਰਾਤ। ਦਾਰੁਲ ਸ਼ਫਾ, ਹਾਂਜੀ, ਸ਼ਫਾ ਮਤਲਬ ਦਵਾਈ, ਹਸਪਤਾਲ ਕਿਸਨੇ ਬਣਵਾਇਆ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਔਰ ਅਗਰ ਤੁਗਲਕ ਵੰਸ਼ ਦੇ ਟਾਈਮ ਦੀ ਸਾਹਿਤ ਦੀ ਗੱਲ ਕਰੀਏ, ਤੁਗਲਕ ਵੰਸ਼ ਦੀ ਅਗਰ ਜਾਣਕਾਰੀ ਲੈਣੀ ਹੈ ਤਾਂ ਕਿਹੜੀਆਂ ਕਿਤਾਬਾਂ ਤੋਂ ਆਪਾਂ ਨੂੰ ਉਹਨਾਂ ਬਾਰੇ ਪਤਾ ਲੱਗਦਾ ਹੈ? ਫੁਤੂਹਤ ਏ ਫਿਰੋਜ਼ ਸ਼ਾਹੀ, ਤਾਂ ਇਹ ਆਤਮ ਕਥਾ ਹੈ, ਆਟੋਬਾਇਓਗ੍ਰਾਫੀ ਹੈ, ਕਿਸ ਦੀ? ਫਿਰੋਜ਼ ਸ਼ਾਹ ਤੁਗਲਕ ਦੀ। ਤਾਰੀਖੇ ਫਿਰੋਜ਼ ਸ਼ਾਹੀ, ਇਹ ਲਿਖੀ ਹੋਈ ਹੈ ਜ਼ਿਆਉਦੀਨ ਬਰਨੀ ਦੀ। ਤੁਗਲਕਨਾਮਾ, ਤਾਂ ਇਹ ਲਿਖੀ ਹੋਈ ਹੈ ਅਮੀਰ ਖੁਸਰੋ ਦੀ। ਰੁਹੇਲਾ, ਇਹ ਲਿਖੀ ਹੋਈ ਹੈ ਇਬਨ ਬਤੂਤਾ ਦੀ। ਹਾਂਜੀ, ਤਾਂ ਇਹ ਕੁਝ ਬੁੱਕਸ ਨੇ ਜਿਨ੍ਹਾਂ ਤੋਂ ਆਪਾਂ ਨੂੰ ਤੁਗਲਕ ਵੰਸ਼ ਦੀ ਜਾਣਕਾਰੀ ਮਿਲਦੀ ਹੈ। ਮੋਸਟ ਇੰਪੋਰਟੈਂਟ ਫੁਤੂਹਤ-ਏ ਫਿਰੋਜ਼ ਸ਼ਾਹੀ, ਆਟੋਬਾਇਓਗ੍ਰਾਫੀ ਹੈ ਕਿਸ ਦੀ? ਫਿਰੋਜ਼ ਸ਼ਾਹ ਤੁਗਲਕ ਦੀ। ਤਾਰੀਖੇ ਫਿਰੋਜ਼ ਸ਼ਾਹੀ ਜ਼ਿਆਉਦੀਨ ਬਰਨੀ ਦੀ ਹੈ। ਤੁਗਲਕਨਾਮਾ ਅਮੀਰ ਖੁਸਰੋ, ਜਿਸਨੇ ਕਿ ਦਿੱਲੀ ਸਲਤਨਤ ਦੇ 7 ਸੁਲਤਾਨਾਂ ਦੇ ਨਾਲ ਕੰਮ ਕੀਤਾ ਸੀ, ਬਲਬਨ ਤੋਂ ਲੈ ਕੇ ਗਿਆਸੁਦੀਨ ਤੁਗਲਕ ਤੱਕ। ਔਰ ਨਿਜ਼ਾਮੁਦੀਨ ਔਲੀਆ ਦਾ ਇਹ ਪਹਿਲਾ ਚੇਲਾ ਸੀ, ਅਮੀਰ ਖੁਸਰੋ। ਰੁਹੇਲਾ ਇਬਨ ਬਤੂਤਾ, ਜਿਹੜਾ ਕਿ ਮੋਰੱਕੋ ਦਾ ਯਾਤਰੀ ਸੀ, ਮੁਹੰਮਦ ਬਿਨ ਤੁਗਲਕ ਦੇ ਟਾਈਮ ਆਇਆ ਸੀ ਅਫਰੀਕਾ ਮਹਾਦੀਪ ਤੋਂ, ਤਾਂ ਉਸਨੇ ਲਿਖੀ ਸੀ ਰੁਹੇਲਾ। ਤਾਂ ਇਹ ਕਿਤਾਬਾਂ ਤੋਂ ਆਪਾਂ ਨੂੰ ਤੁਗਲਕ ਵੰਸ਼ ਦੀ ਜਾਣਕਾਰੀ ਮਿਲਦੀ ਹੈ।
ਔਰ ਜਿਹੜਾ ਮਕਬਰਾ ਹੈ 1388 ਵਿੱਚ ਜਦੋਂ ਮੌਤ ਹੋਈ ਤਾਂ ਇਸ ਦਾ ਮਕਬਰਾ ਕਿੱਥੇ ਬਣਿਆ ਹੋਇਆ ਹੈ? ਹੋਜੇ ਖਾਸ ਦਿੱਲੀ ਦੇ ਵਿੱਚ। ਮਕਬਰਾ ਫਿਰੋਜ਼ ਸ਼ਾਹ ਤੁਗਲਕ ਦਾ ਬਣਿਆ ਹੈ ਕਿੱਥੇ? ਹੋਜੇ ਖਾਸ ਦਿੱਲੀ ਦੇ ਵਿੱਚ। ਠੀਕ ਹੈ ਬੱਚੋ, ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ ਰਿਫਾਰਮਸ ਆਫ ਫਿਰੋਜ਼ ਸ਼ਾਹ ਤੁਗਲਕ। ਮਿਲਦੇ ਹਾਂ ਅਗਲੀ ਵੀਡੀਓ 'ਚ ਇੱਕ ਨਵੇਂ ਟੌਪਿਕ ਦੇ ਨਾਲ। ਵੀਡੀਓਜ਼ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਥੈਂਕ ਯੂ।